आप इन्नी गल किसी की एसी जनरेटर के अंदर रिपीट करें एक लाइन कि जे एक आर्मेचर कॉयल मेरी जी रेक्टेंगुलर आर्मेचर कॉयल मैग्नेटिक फील्ड के इन्फ्लुएंस मूव कर रही पई ते असी कहने जी एज सच ओदे अक्रॉस हर इंस्टेंट ते फ्लक्स चेंज होएगी और फ्लक्स दे चेंज होने करके ईएमएफ इंड्यूस होंदी ਆਪਾਂ एक ग्राफ ਜਿਹੜਾ फ्लक्स ਦਾ बनाया ਸੀਗਾ कि भी फ्लक्स ਦਾ ग्राफ cos फॉर्म ਚ ਬਣਿਆ ਸੀ ठीक है ਤੇ ग्राफ ਆਪਾਂ कुछ इस वे ਨਾਲ ਸ਼ੋ ਕੀਤਾ ਸੀਗਾ एक साइड ਤੇ ਮੇਰੇ ਕੋਲ फ्लक्स ਆ और एक साइड ਤੇ टाइम ਸੀ ਤੇ ਆਪਾਂ ਡਿਫਾਈਨ ਕੀਤਾ ਸੀਗਾ कि फ्लक्स ਦਾ ग्राफ कुछ इस वे ਨਾਲ ਬਣ ਕੇ ਆਣਾ ठीक है ਜਦੋਂ टाइम ਦੀ वैल्यू 0 ਆ ਇਹ ਮਤਲਬ ਉਦੋਂ ਸਾਡੀ फ्लक्स ਦੀ वैल्यू मैक्सिमम आ ठीक है आ टाइम ਦੀ वैल्यू ਨੂੰ ਅਸੀਂ ਨਾਮ ਦਿੱਤਾ ਸੀ t/4 ਆ ਜਾਓ इस पोजीशन ਤੇ टाइम t/2 आ जाओ आ पोजीशन मेरी ਜਿਹੜੀ ਸੀਗੀ ਇਹ 3t/4 ਦਾ टाइम ਸੀਗਾ और ਇੱਥੇ ਤੱਕ ਪਹੁੰਚਦੇ ਜਦੋਂ फ्लक्स मैक्सिमम ਤੇ ਪਹੁੰਚੀ ਤੇ टाइम ਦੀ वैल्यू ਨੂੰ ਅਸੀਂ ਜਿਹੜਾ टाइम ਦੀ वैल्यू ਅਸੀਂ ਜਿਹੜਾ ਉਹ कैपिटल T ਦੇ ਬਰਾਬਰ टाइम ਪੀਰੀਅਡ ਡਿਫਾਈਨ ਕੀਤਾ ਸੀ ਕਿ ਇਨੀ ਗੱਲ ਕਲੀਅਰ ਹਾਂਜੀ ਸਰ बोर्ड क्लियर विजिबल है सारे नु यस सर जैन साहब हम तुसी देखो ਤੁਹਾਡੇ ਵਾਲੇ ਪਾਸੇ ਪ੍ਰੋਬਲਮ ਹੋ ਸਕਦੀ ਹੈ ਇਧਰੋਂ ਕਲੀਅਰ ਆ ਹੁਣ ਆਪ ਮੇਰੇ ਕੋਲ ਫਲਕਸ ਦਾ ਫਾਰਮੂਲਾ ਸੀ ਇਹਦੇ ਬਿਹਾਫ ਤੇ ਆਪਾਂ ਜੇ ਈਐਮਐਫ ਇੰਡਿਊਸ ਕੱਢਣੀ ਆ ਤੇ ਇੰਡਿਊਸਡ ਈਐਮਐਫ ਦਾ ਫਾਰਮੂਲਾ ਆਪਣੇ ਕੋਲ ਆਇਆ ਸੀਗਾ -d phi/dt phi ਦੀ ਵੈਲਿਊ ਪੁੱਟ ਅਪ ਕੀਤੀ ਸੀ ਤੇ ਇਹਦੀ ਡਿਫਰੈਂਸ਼ੀਏਸ਼ਨ ਕਰਕੇ ਆਪਣੇ ਕੋਲ e ਦਾ ਫਾਰਮੂਲਾ ਬਣਿਆ ਸੀ -d/dt ਆਫ और n नंबर ऑफ टर्न बेशक इथे ऐड कर दो कि थोड़ी कॉइल दे अंदर n नंबर ऑफ टर्न्स आ सारा ही स्क्वायर वाला हजे करदा पे बेटा अपनी टर्म आ गई NAD cos of omega t ये जो सी क्या सी नंबर ऑफ टर्न कॉइल दा एरिया मैग्नेटिक फील्ड कांस्टेंट आ बाहर आ जाएगा cos omega t दी डिफरेंशिएशन कीती सी ते e दा फार्मूला बनया सी -NAD cos ਦੀ डिफरेंशिएशन माइनस sin ओमेगा t into ओमेगा ਤੇ ओमेगा भी बाहर आ गया ਇੱਥੇ ਟਰਮ ਬਣ ਗਈ sin ओमेगा t क्या ਆ ਸਟੈਪ ਕਲੀਅਰ ਹੈ ਜੀ यस सर ਇਹ ਹਜੇ ਸਿਰਫ ਸਵੇਰ ਵਾਲਾ ਹੀ ਰਿਪੀਟ ਕਰ ਰਿਹਾ ਬੇਟਾ ਇਸ ਤੋਂ ਬਾਅਦ ਆਪਾਂ ਫਿਰ ਸ਼ੁਰੂ ਇਹ ਕੀਤਾ ਸੀ ਜੇ EMF ਦੀ ਵੈਲਿਊ ਕਿਸੇ ਇੱਕ ਇਨਸਟੈਂਟ ਤੇ ਮੈਕਸਿਮਮ ਹੋਵੇ ਉਹਦੇ ਲਈ ਕੰਡੀਸ਼ਨ ਕੀ ਲਗਾਈਏ कुछ ਅਸੀਂ ਕਿਹਾ ਸੀ ਜੇ E ਨੇ ਮੈਕਸਿਮਮ ਜਾਂ ਮਿਨੀਮਮ ਕੁਝ ਵੀ ਹੋਣਾ ਉਹ ਸਾਈਨ ਦੀ ਇਸ ਵੈਲਿਊ ਨੇ ਕਰਾਣਾ ਕਿਉਂਕਿ ਇਹ ਚ T ਕੰਟੀਨਿਊਸਲੀ ਚੇਂਜ ਹੋ ਰਿਹਾ T ਦੇ ਚੇਂਜ ਹੋਣ ਕਰਕੇ ਸਾਈਨ ਦੀ ਆ ਵੈਲਿਊ ਚੇਂਜ ਹੋਏਗੀ ਕਿਸੇ ਇੱਕ ਟਾਈਮ ਦੇ ਕੋਰਸਪੋਂਡਿੰਗ ਇੱਥੇ ਐਂਗਲ ਜਿਹੜਾ ਵਾ ਉਹ ਸਾਈਨ ਦੀ ਵੈਲਿਊ ਨੂੰ ਮੈਕਸਿਮਮ ਬਣਾਏਗਾ ਔਰ ਕਿਸੇ ਇੱਕ ਪਾਰਟਿਕੂਲਰ ਟਾਈਮ ਤੇ ਸਾਈਨ ਦੀ ਵੈਲਿਊ ਮਿਨੀਮਮ ਹੋਏਗੀ ਜੇ ਮੈਕਸਿਮਮ ਦੀ ਕੰਡੀਸ਼ਨ ਲਿਖੀਏ ਤਾਂ ਆਪਾਂ ਉਹਨੂੰ ਇਦਾਂ ਡਿਫਾਈਨ ਕੀਤਾ ਸੀਗਾ कि if E equal to E naught ਅਸੀਂ ਡਿਫਾਈਨ ਕੀਤਾ ਸੀਗਾ ਮੈਕਸਿਮਮ ਇੰਡਿਊਸਡ EMF ਨੂੰ ਉਹ ਕਹਿੰਦਾ E naught ਦੇ ਬਰਾਬਰ ਹੋਏਗਾ only if sin omega t ਦੀ ਵੈਲਿਊ 1 ਆ ਜਾਏ ਯਾਨੀ ਜੇ sin omega t ਮੈਕਸਿਮਮ ਹੋਏਗਾ ਤੇ ਉਦੋਂ ਇੰਡਿਊਸਡ ਵੋਲਟੇਜ ਵੀ ਮੈਕਸਿਮਮ ਹੋਏਗੀ ਇਹਦੀ ਇਸ ਕੰਡੀਸ਼ਨ ਨੂੰ ਜੇ ਆਪਾਂ ਇੱਥੇ ਸਬਸਟੀਟਿਊਟ ਕਰ ਲਈਏ ਤੇ ਆਪਣੀ ਇਕੁਏਸ਼ਨ ਬਣ ਜਾਣੀ E ਦੀ ਥਾਂ ਤੇ E naught ਲਿਖ ਦਿਓ NAB ओमेगा SH ਤੇ sin omega t ਦੀ ਥਾਂ ਤੇ 1 ਪੁੱਟ ਅਪ ਕਰ ਦਿਓ ਇਹਦਾ ਮਤਲਬ ਇਹ ਹੋ ਗਿਆ ਸਾਡੇ ਕੋਲ ਇੱਥੋਂ E naught ਦੀ ਵੈਲਿਊ NAB omega ਦੇ ਇਕੁਅਲ ਆ ਜਾਏਗੀ which implies E ਦਾ ਫਾਰਮੂਲਾ ਬਣ ਗਿਆ E naught into sin omega t ਯਾਨੀ ਆ ਇੰਡਿਊਸਡ ਵੋਲਟੇਜ ਦੀ ਇਕੁਏਸ਼ਨ ਆ ਗਈ ਜਿਹੜੀ ਇਹ ਸ਼ੋ ਕਰਦੀ ਪਈ ਕਿ ਵੀ ਵੋਲਟੇਜ ਸਾਈਨੋਸਾਈਡਲ ਫਾਰਮ ਚ ਵੇਰੀ ਕਰੇਗੀ ਯਾਨੀ ਜਿਹੜੀ ਇੰਡਿਊਸਡ ਵੋਲਟੇਜ ਹੋਏਗੀ ਜਾਂ ਇਸੇ ਤੋਂ ਇੰਡਿਊਸ ਕਰੰਟ ਵੀ ਲਿਖ ਸਕਦੇ ਐਂਡ ਇੰਡਿਊਸਡ ਕਰੰਟ ਜਿਹੜਾ ਇਹਦੇ ਤੋਂ ਇੰਡਿਊਸਡ ਕਰੰਟ ਆਏਗਾ ਠੀਕ ਹੈ ਜਿਹਨੂੰ ਅਸੀਂ I ਨਾਲ ਲਿਖ ਸਕਦੇ ਹਾਂ I equal to E/R इस रिलेशन के अकॉर्डिंगली ਜਿਹੜਾ ਇੰਡਿਊਸਡ ਕਰੰਟ ਹੋਏਗਾ ਉਹਦਾ ਫਾਰਮੂਲਾ ਬਣ ਗਿਆ E0/R into sin omega t ਤੇ E0/R ਮੇਰੇ ਕੋਲ ਜਿਹੜੀ ਮੈਕਸਿਮਮ ਵੋਲਟੇਜ ਬਾਈ ਰੈਜ਼ਿਸਟੈਂਸ ਆ ਜਿਹਨੂੰ ਅਸੀਂ ਮੈਕਸਿਮਮ ਕਰੰਟ ਕਹਿ ਸਕਦੇ ਹਾਂ देयरफॉर ਇਹ ਚੀਜ਼ ਨੂੰ ਸਬਸਟੀਟਿਊਟ ਕਰ ਦੋ E0/R equal to I0 E0/R यानी वोल्टेज बाय रेजिस्टेंस ਉਹਨੂੰ ਅਸੀਂ ਮੈਕਸਿਮਮ ਕਰੰਟ I0 ਸਬਸਟੀਟਿਊਟ ਕਰ ਦਈਏ ਤੇ देयरफॉर ਸਾਡੀ ਇਕੁਏਸ਼ਨ ਜਿਹੜੀ ਹੋਏਗੀ ठीक है वो आ जानी I equal to I0 sin omega t ਇਹਦਾ ਮਤਲਬ ਆ ਇਕੁਏਸ਼ਨ ਕਰੰਟ ਦੀ ਤੇ ਆ ਇਕੁਏਸ਼ਨ ਵੋਲਟੇਜ ਦੀ
ਦੋਨੋਂ ਦੇ ਦੋਨੋਂ ਸਾਨੂੰ ਇਹ ਸ਼ੋ ਆਫ ਕਰਦੇ ਪਏ ਕਿ ਇੰਡਿਊਸਡ ਵੋਲਟੇਜ ਸਰਕਟ ਦੇ ਅੰਦਰ ਸਾਈਨ ਵੇਵ ਦੇ ਅਕੋਰਡਿੰਗਲੀ ਚੇਂਜ ਹੋਏਗੀ। ਉਹਦਾ ਮਤਲਬ ਇਹ ਹੋਏਗਾ, ਹੁਣ ਗੱਲ ਇਹਨਾਂ ਰਿਲੇਟ ਕਰਨ ਲੱਗਿਆ, ਜਦੋਂ ਟਾਈਮ ਦੀ ਵੈਲਿਊ 0 ਆ ਫਲਕਸ ਮੈਕਸਿਮਮ ਆ। ਜਦੋਂ ਟਾਈਮ ਦੀ ਵੈਲਿਊ 0 ਆ, ਠੀਕ ਹੈ ਜੀ, ਟਾਈਮ 0 ਦੇ ਉੱਤੇ ਸਾਡੀ ਫਲਕਸ ਮੈਕਸਿਮਮ ਆ, ਤੇ ਜੇ ਫਲਕਸ ਮੈਕਸਿਮਮ ਆ ਤੇ ਮੈਕਸਿਮਮ ਦੀ ਡਿਫਰੈਂਸ਼ੀਏਸ਼ਨ 0 ਹੁੰਦੀ ਆ। ਇਹਦਾ ਮਤਲਬ ਹੋ ਗਿਆ ਕਿ ਜਦੋਂ ਟਾਈਮ 0 ਸੈਕਿੰਡ ਆ, ਫਲਕਸ ਮੈਕਸਿਮਮ ਤੇ ਵੋਲਟੇਜ 0 ਆ। ਇਹਦਾ ਮਤਲਬ ਜੇ ਮੈਂ ਇਹਦੇ ਹੀ ਕੋਰਸਪੋਂਡਿੰਗ ਇੱਥੇ ਗ੍ਰਾਫ ਪਲਾਟ ਕਰਾਂ, ਜੇ ਮੈਂ ਇਹਦੇ ਕੋਰਸਪੋਂਡਿੰਗ ਇੱਥੇ ਗ੍ਰਾਫ ਪਲਾਟ ਕਰਾਂ, ਠੀਕ ਹੈ ਜੀ, ਕਿਹਦੇ ਅਕ੍ਰੋਸ ਇੰਡਿਊਸਡ ਵੋਲਟੇਜ ਵਰਸਸ ਟਾਈਮ ਦਾ, ਤੇ ਮੈਨੂੰ ਇਹ ਮਿਲਦਾ ਪਿਆ ਕਿ ਜਦੋਂ ਟਾਈਮ ਦੀ ਵੈਲਿਊ 0 ਆ, ਫਲਕਸ ਮੈਕਸਿਮਮ ਆ, ਉਦੋਂ ਕਰੰਟ ਮੇਰੇ ਕੋਲ ਜਿਹੜਾ ਆ, ਵੋਲਟੇਜ ਮੇਰੀ ਜਿਹੜੀ ਆ ਉਹ 0 ਹੋਏਗੀ। ਪਰ ਸੇਮ ਚੀਜ਼ ਤੁਸੀਂ ਇੱਥੋਂ ਵੀ ਕਹਿ ਸਕਦੇ, ਜਦੋਂ ਟਾਈਮ 0 ਆ, ਇਹ ਸਾਈਨ 0 0 ਹੋ ਜਾਣਾ ਤੇ 0 into ਸਮਥਿੰਗ 0 ਹੋ ਜਾਣਾ, ਯਾਨੀ ਇੰਡਿਊਸਡ ਵੋਲਟੇਜ 0 ਆ, ਟਾਈਮ 0, ਫਲਕਸ ਮੈਕਸਿਮਮ ਤੇ ਵੋਲਟੇਜ ਮੇਰੀ 0। ਆ ਪੁਆਇੰਟ ਮੇਰੇ ਕੋਲ ਜਿਹੜਾ ਸਟਾਰਟਿੰਗ ਗ੍ਰਾਫ ਦਾ ਬਣੇਗਾ। ਇੰਨੀ ਗੱਲ ਸਮਝ ਲੱਗੀ? Yes, sir. तो टाइम ਦੀ ਵੈਲਿਊ t/4 ਆ ਗਈ, ਜਦੋਂ ਸਮਾਲ t ਦੀ ਵੈਲਿਊ t/4 ਆ ਗਈ, ਤੇ ਜੇ ਮੈਂ ਇੱਥੇ ਟਾਈਮ ਦੀ ਥਾਂ ਤੇ t/4 ਭਰ ਕੇ ਦੇਖਾਂ ਔਰ ਇਹਨੂੰ ਇੱਕ ਵਾਰੀ ਸੋਲਵ ਕਰਕੇ ਦਿਖਾਵਾਂ, ਆਪਾਂ ਇਹਨੂੰ ਐਸ ਇਦਾਂ ਲਿਖ ਦਈਏ E0 into sin of, ਜਦੋਂ ਸਮਾਲ t ਦੀ ਥਾਂ ਤੇ t/4 ਭਰਾਂਗਾ, ਟਾਈਮ ਪੀਰੀਅਡ ਦੀ ਫਾਰਮ ਚ ਭਰਾਂਗਾ, ਤੇ ਓਮੇਗਾ ਨੂੰ ਵੀ 2π/t ਲਿਖ ਲਓ, ਯਾਨੀ ਇੱਥੇ ਆ ਗਿਆ 2π/t into t/4, ਤੇ ਆ ਚੀਜ਼ ਦੇ ਵਿੱਚੋਂ t ਕੈਨਸਲ, 2 ਇੱਥੇ ਐਡਜਸਟ ਹੋ ਗਿਆ, ਟਰਮ ਬਣ ਗਈ E0 into sin of π/2, ਤੇ sin π/2 ਦਾ ਮਤਲਬ sin 90 ਹੋ ਗਿਆ। ਇੰਨੀ ਗੱਲ ਸਮਝ ਲੱਗੀ? Yes, sir. ਆ ਸਟੈਪ ਕਰਦਾ ਪਿਆ। Yes, sir. ਇਹਦਾ ਮਤਲਬ ਜਦੋਂ ਟਾਈਮ t/4 ਦੇ ਬਰਾਬਰ ਹੋਏਗਾ, ਠੀਕ ਹੈ, ਜਦੋਂ ਟਾਈਮ t/4 ਦੇ ਬਰਾਬਰ ਹੋਏਗਾ, ਉਦੋਂ ਐਂਗਲ ਸਾਡਾ ਜਿਹੜਾ ਵਾ ਉਹ 90 ਡਿਗਰੀ ਹੋ ਜਾਣਾ। ਜਦੋਂ t/4 ਹੋਰ ਐਡ ਕਰ ਲਓ ਇਸ ਟਾਈਮ ਤੋਂ ਬਾਅਦ, ਇਮਲ ਐਂਗਲ 180 ਹੋ ਜਾਣਾ। ਜਦੋਂ t/4 ਹੋਰ ਐਡ ਕਰ ਲਓ, ਐਂਗਲ 270 ਹੋ ਜਾਣਾ। ਤੇ ਜਦੋਂ ਟਾਈਮ t/4 ਹੋਰ ਐਡ ਹੋ ਕੇ ਟਾਈਮ ਪੀਰੀਅਡ ਦੇ ਬਰਾਬਰ ਟਾਈਮ ਹੋਇਆ, ਤੇ ਐਂਗਲ 360 ਹੋ ਗਿਆ। ਇਹਦਾ ਮਤਲਬ ਆਹ ਵਾਲੀ ਸਾਈਡ ਨੂੰ ਤੁਸੀਂ ਐਂਗਲ ਤੇ ਟਾਈਮ ਦੋ ਫਾਰਮ ਚ ਪੜ੍ਹਦੇ ਪਏ ਬੇਟਾ, ਠੀਕ ਹੈ। ਟਾਈਮ ਦੀ ਵੈਲਿਊ 0, ਐਂਗਲ ਵੀ 0, ਟਾਈਮ ਦੀ ਵੈਲਿਊ t/4 ਤੇ ਐਂਗਲ ਮੇਰਾ ਓਮੇਗਾ t ਦੀ ਹੈਲਪ ਨਾਲ 90 ਬਣ ਜਾਂਦਾ, 90 ਆ ਜਾਂਦਾ। ਜਦੋਂ ਟਾਈਮ t/2 ਬਣਦਾ, ਐਂਗਲ ਮੇਰਾ 180 ਬਣ ਜਾਂਦਾ, ਐਂਗਲ ਮੇਰਾ 270 ਬਣ ਜਾਂਦਾ, ਐਂਗਲ ਮੇਰਾ 360 ਡਿਗਰੀ ਬਣ ਜਾਂਦਾ। ਕਿਆ ਇੰਨੀ ਗੱਲ ਸਮਝ ਲੱਗੀ? Yes, sir. Yes, sir. ਹੁਣ ਇਹੀ ਚੀਜ਼ ਨੂੰ ਆਪਾਂ ਜੇ ਐਸਾ ਚ ਇਸ ਗ੍ਰਾਫ ਲਈ ਯੂਜ਼ ਕਰੀਏ, ਤੇ ਮੈਨੂੰ ਮਿਲਿਆ ਜਦੋਂ ਟਾਈਮ t/4 ਹੋਏਗਾ, ਐਂਗਲ 90 ਡਿਗਰੀ ਆ, ਤੇ ਇੱਥੇ 90 ਭਰ ਕੇ ਚੱਲਾਂ, sin 90 ਦੀ ਵੈਲਿਊ 1 ਹੁੰਦੀ ਆ, ਇਮਲ E ਦੀ ਵੈਲਿਊ ਮੇਰੇ ਕੋਲ ਮੈਕਸਿਮਮ ਵੋਲਟੇਜ ਦੇ ਬਰਾਬਰ ਹੋ। ਜਦੋਂ ਮੈਂ ਫਿਰ ਲਾਈਨ ਰਿਪੀਟ ਕਰ ਰਿਹਾ, ਜਦੋਂ t 0 ਆ, ਐਂਗਲ 0 ਆ, ਵੋਲਟੇਜ 0 ਆ। ਜਦੋਂ ਟਾਈਮ t/4 ਬਣਿਆ, ਐਂਗਲ 90 ਬਣਿਆ, ਤੇ ਐਂਗਲ 90 ਕਰਕੇ ਵੋਲਟੇਜ 0 ਤੋਂ ਵੱਧ ਕੇ ਮੈਕਸਿਮਮ ਹੋ ਜਾਣੀ। ਇਹਦਾ ਮਤਲਬ ਇਧਰੋਂ ਫਲਕਸ ਮੇਰੀ ਮੈਕਸਿਮਮ ਤੋਂ 0 ਆਈ, ਪਰ ਵੋਲਟੇਜ ਇਧਰੋਂ ਵੱਧ ਕੇ ਮੇਰੀ ਮੈਕਸਿਮਮ ਪਹੁੰਚ ਜਾਏਗੀ। ਜਦੋਂ ਇਧਰੋਂ ਟਾਈਮ ਦੀ ਵੈਲਿਊ t/2 ਬਣੀ, ਫਲਕਸ ਮੇਰੀ ਫੇਰ ਮੈਕਸਿਮਮ ਹੋਈ ਨੈਗੇਟਿਵ ਚ, ਠੀਕ ਹੈ, ਐਂਗਲ ਮੇਰਾ 180 ਹੋ ਗਿਆ, ਤੇ sin 180 ਦੀ ਵੈਲਿਊ sin 0 ਵਾਲੀ, sin 0 0 ਤੇ sin 180 ਵੀ 0। ਇਹਦਾ ਮਤਲਬ ਤੁਹਾਡੀ ਵੋਲਟੇਜ ਰਿਡਿਊਸ ਕਰਕੇ 0 ਆ ਜੂ, ਯਾਨੀ ਇਸ ਪੁਆਇੰਟ ਤੋਂ ਬਾਅਦ ਵੋਲਟੇਜ ਤੁਹਾਡੀ ਆ ਪੋਜੀਸ਼ਨ ਤੇ 0 ਆ ਜੂ। ਜਦੋਂ ਐਂਗਲ 270 ਬਣਿਆ, ਠੀਕ ਹੈ ਜੀ, 270 ਦਾ ਮਤਲਬ -1 ਹੁੰਦਾ ਸਾਈਨ ਵਾਸਤੇ, ਇਹਦੇ ਨਾਲ ਵੋਲਟੇਜ ਦੀ ਵੈਲਿਊ -E0 ਹੋ ਗਈ, ਮੈਕਸਿਮਮ ਤੇ ਹੋਈ ਪਰ ਨੈਗੇਟਿਵ ਚ ਹੋਈ, ਯਾਨੀ ਇਸ ਤੋਂ ਬਾਅਦ ਮੇਰੀ ਵੋਲਟੇਜ ਮੈਕਸਿਮਮ ਇਸ ਹਾਫ ਚ ਆ ਜੂ, ਠੀਕ ਹੈ ਜੀ, ਵੋਲਟੇਜ ਮੈਕਸਿਮਮ ਮੇਰੀ ਇਸ ਹਾਫ ਦੇ ਅੰਦਰ ਆ ਜੂ। ਇਸ ਤੋਂ ਬਾਅਦ ਜਦੋਂ ਟਾਈਮ ਦੀ ਵੈਲਿਊ t ਹੋਈ, ਠੀਕ ਹੈ, ਫਲਕਸ ਆਪਣੀ ਮੈਕਸਿਮਮ ਤੇ ਪਹੁੰਚੀ, ਐਂਗਲ 360, sin 360 sin 0 ਹੀ ਹੁੰਦਾ, sin 0 0 ਤੇ sin 360 ਵੀ 0, ਯਾਨੀ ਵੋਲਟੇਜ ਫੇਰ 0 ਹੋ ਜੂ। ਇਮਲ ਇਸ ਪੋਜੀਸ਼ਨ ਤੋਂ ਵੋਲਟੇਜ ਜਿਹੜੀ ਮੇਰੀ ਹੋਏਗੀ ਉਹ ਫੇਰ ਐਸਐਚ 0 ਪੁਆਇੰਟ ਤੇ ਆ ਜੂ। ਯਾਨੀ ਆ ਮੇਰੇ ਕੋਲ ਫਲਕਸ ਦਾ ਗ੍ਰਾਫ cos ਦੇ ਅਕੋਰਡਿੰਗਲੀ ਬਣਿਆ, ਤੇ ਆ ਮੇਰੇ ਕੋਲ sin ਦਾ ਗ੍ਰਾਫ ਜਿਹੜਾ ਵਾ, ਠੀਕ ਹੈ ਜੀ, ਉਹ ਇਸ ਟਾਈਪ ਦੇ ਸਾਈਨੋਸੋਇਡਲ ਗ੍ਰਾਫ ਆ ਗਿਆ। ਕੀ ਆ ਗੱਲ ਸਮਝ ਆਈ? Yes, sir. ਇਹਦਾ ਮਤਲਬ Yes, sir.
Yes, sir. ਕੰਟੀਨਿਊਸਲੀ ਵੋਲਟੇਜ 0 ਤੋਂ ਮੈਕਸਿਮਮ, ਮੈਕਸਿਮਮ ਤੋਂ 0, ਫਿਰ ਨੈਗੇਟਿਵ ਦੇ ਵਿੱਚ ਮੈਕਸਿਮਮ, ਫਿਰ ਨੈਗੇਟਿਵ ਚ ਮੈਕਸਿਮਮ ਤੋਂ ਬਾਅਦ ਵਾਪਸ 0, ਫਿਰ ਦੁਬਾਰਾ ਪੋਜ਼ਿਟਿਵ। ਕੰਟੀਨਿਊਸਲੀ ਜਿਹੜੀ ਇੰਡਿਊਸਡ ਵੋਲਟੇਜ ਆ ਉਹਦੀ ਆਫਟਰ ਐਵਰੀ ਹਾਫ ਰੋਟੇਸ਼ਨ, ਆਫਟਰ ਐਵਰੀ ਹਾਫ ਰੋਟੇਸ਼ਨ ਉਹਦੀ ਡਾਇਰੈਕਸ਼ਨ ਜਿਹੜੀ ਆ, ਉਹਦੀ ਪੋਲੈਰਿਟੀ ਜਿਹੜੀ ਆ ਉਹ ਵੀ ਚੇਂਜ ਹੁੰਦੀ ਆ। ਤੇ ਜਿਹੜੇ ਕਰੰਟ ਦੀ ਪੋਲੈਰਿਟੀ, ਜਿਹੜੀ ਵੋਲਟੇਜ ਜਾਂ ਕਰੰਟ ਦੀ ਪੋਲੈਰਿਟੀ ਹਾਫ ਰੋਟੇਸ਼ਨ ਤੋਂ ਬਾਅਦ ਰਿਵਰਸ ਹੋ ਕੇ ਆਂਦੀ ਹੋਵੇ, ਅਸੀਂ ਕਹਿੰਦੇ ਉਹ ਅਲਟਰਨੇਟਿੰਗ ਕਰੰਟ ਹੁੰਦਾ। ਠੀਕ ਹੈ, ਯਾਨੀ ਜੇ ਮੈਂ ਆ ਬੋਲਾਂ ਕਿ ਸ਼ੁਰੂ ਚ ਮੇਰੇ ਕੋਲ ਆ ਮੈਗਨੇਟ ਦਾ ਨਾਰਥ ਤੇ ਇਧਰ ਸਾਊਥ ਆ ਤੇ ਵਿੱਚ ਆ ਕੋਇਲ ਪਈ ਆ, ਇਸ ਵੇਲੇ ਫਲਕਸ ਮੈਕਸਿਮਮ ਆ ਤੇ ਵੋਲਟੇਜ 0। ਇਥੋਂ ਇਸ ਪੋਜੀਸ਼ਨ ਤੋਂ ਆ ਪੋਜੀਸ਼ਨ 90 ਤੱਕ ਜਾਂਦੇ ਜਾਂਦੇ ਫਲਕਸ ਦੀ ਵੈਲਿਊ ਮੈਕਸਿਮਮ ਤੋਂ 0 ਹੋ ਗਈ ਤੇ ਵੋਲਟੇਜ ਦੀ ਵੈਲਿਊ 0 ਤੋਂ ਮੈਕਸਿਮਮ ਹੋ ਗਈ। ਅਗਲੇ ਹਾਫ ਦੇ ਅੰਦਰ 90 ਤੋਂ 180 ਜਾਂਦੇ ਜਾਂਦੇ ਫਲਕਸ ਦੀ ਵੈਲਿਊ ਮੇਰੀ ਜਿਹੜੀ ਹੋਏਗੀ ਉਹ ਫਿਰ ਮੈਕਸਿਮਮ ਬਣ ਗਈ। ਇਸ ਪੋਜੀਸ਼ਨ ਤੋਂ ਇੱਥੇ ਆਉਂਦੇ ਨੇ ਫਲਕਸ ਫਿਰ ਮੈਕਸਿਮਮ ਬਣ ਗਈ ਤੇ ਵੋਲਟੇਜ ਮੇਰੀ ਮੈਕਸਿਮਮ ਤੋਂ ਫਿਰ 0 ਆ ਗਈ। ਅਗਲੇ ਹਾਫ ਤੋਂ ਬਾਅਦ ਫਿਰ ਇਹੀ ਸਾਰਾ ਕੁਝ ਰਿਪੀਟ ਹੋਏਗਾ। ਤੇ ਮਤਲਬ ਆਫਟਰ ਐਵਰੀ ਹਾਫ ਰੋਟੇਸ਼ਨ ਤੁਹਾਡੀ ਵੋਲਟੇਜ ਤੇ ਕਰੰਟ ਦੀ ਪੋਲੈਰਿਟੀ ਵੀ ਰਿਵਰਸ ਹੁੰਦੀ ਪਈ ਤੇ ਜਿਹੜੇ ਕਰੰਟ ਜਾਂ ਵੋਲਟੇਜ ਦੀ ਪੋਲੈਰਿਟੀ ਆਫਟਰ ਐਵਰੀ ਹਾਫ ਸਾਈਕਲ ਰਿਵਰਸ ਹੁੰਦੀ ਹੋਵੇ ਉਸ ਕਰੰਟ ਜਾਂ ਵੋਲਟੇਜ ਨੂੰ ਅਸੀਂ ਅਲਟਰਨੇਟਿੰਗ ਕਰੰਟ ਤੇ ਅਲਟਰਨੇਟਿੰਗ ਵੋਲਟੇਜ ਕਹਿੰਦੇ। ਇਸ ਕਰਕੇ ਜਿਹੜੇ ਜਨਰੇਟਰ ਦੇ ਨਾਲ ਤੁਹਾਡੀ ਇਹ ਅਲਟਰਨੇਟਿੰਗ ਵੋਲਟੇਜ ਜਨਰੇਟ ਹੁੰਦੀ ਪਈ ਆ ਉਸ ਜਨਰੇਟਰ ਨੂੰ ਅਸੀਂ ਏਸੀ ਜਨਰੇਟਰ ਦਾ ਨਾਮ ਦਿੰਨੇ ਪਏ। ਕੀ ਇੰਨੀ ਗੱਲ ਸਮਝ ਲੱਗੀ? Yes, sir. Yes, sir. Yes, sir. ਚਲ ਇਹ ਤੁਹਾਡੇ ਕੋਲ ਏਸੀ ਜਨਰੇਟਰ ਆ ਗਿਆ। ਆਪਣਾ ਟੌਪਿਕ ਕੰਪਲੀਟ ਆ ਬੇਟਾ। ਆਪਾਂ ਉਹਦੇ ਚ ਕੀ ਕੀਤਾ ਇੱਕ ਵਾਰੀ ਜਲਦੀ ਜਲਦੀ ਦੱਸਣ ਲੱਗਿਆ। ਸਭ ਤੋਂ ਪਹਿਲਾਂ ਏਸੀ ਜਨਰੇਟਰ ਕਿਸ ਪਰਪਸ ਲਈ ਯੂਜ਼ ਹੁੰਦਾ, ਫਿਰ ਉਹਦਾ ਬੇਸਿਕ ਪ੍ਰਿੰਸੀਪਲ ਕੀ ਆ, ਉਸ ਤੋਂ ਬਾਅਦ ਅਸੀਂ ਕਹਿੰਦੇ ਜੀ ਉਹਦੇ ਚ ਆ ਗਿਆ ਤੁਹਾਡੇ ਕੋਲ ਐਸ ਐਚ ਉਹਦੀ ਕੰਸਟਰਕਸ਼ਨ, ਫਿਰ ਉਹਦੀ ਮੈਥਮੈਟੀਕਲ ਤੇ ਕਹਿੰਦਾ ਜੀ ਨਾਲ ਉਹਦੀ ਵਰਕਿੰਗ। ਠੀਕ ਹੈ, ਇਹ ਆਪਣੇ ਕੋਲ ਐਸ ਐਚ ਸਾਰੇ ਦਾ ਸਾਰਾ ਏਸੀ ਜਨਰੇਟਰ ਦੇ ਅੰਦਰ ਹੀ ਕਵਰ ਹੋਣਾ ਵਾ। ਇਸ ਤੋਂ ਬਾਅਦ ਸਿਰਫ ਛੋਟਾ ਜਿਹਾ ਟੌਪਿਕ ਇਹਦੇ ਨਾਲ ਹੋਰ ਜੋੜ ਰਿਹਾ, ਕਹਿੰਦਾ ਜੀ ਜਿਹੜਾ ਏਸੀ ਜਨਰੇਟਰ ਅਸੀਂ ਕਰਕੇ ਹਟੇ ਇਹਨੂੰ ਅਸੀਂ ਨਾਮ ਦਈਏ, ਤੈਨੂੰ ਕਹਿੰਦੇ ਸਿੰਗਲ ਫੇਜ਼ ਏਸੀ ਜਨਰੇਟਰ। ਸਾਡੇ ਘਰਾਂ ਦੀ ਜਿਹੜੀ ਸਪਲਾਈ ਆਂਦੀ ਆ, ਜੇ ਅਸੀਂ ਉਸ ਸਪਲਾਈ ਦੀ ਗੱਲ ਕਰੀਏ, ਕਈਆਂ ਦੇ ਮੀਟਰ ਸਿੰਗਲ ਫੇਜ਼ ਹੁੰਦਾ, ਕਈਆਂ ਦਾ ਮੀਟਰ 3 ਫੇਜ਼ ਹੁੰਦਾ। ਮੈਂ ਇੱਕ ਵਾਰੀ ਜਲਦੀ ਜਲਦੀ ਉਹਦਾ ਡਿਫਰੈਂਸ ਦੱਸਣ ਲੱਗਿਆ। ਬੇਸਿਕਲੀ ਜੇਕਰ 3 ਫੇਜ਼ ਆ ਇਹਦਾ ਮਤਲਬ ਤੁਹਾਡੇ ਉਸ ਮੀਟਰ ਤੇ 3 ਲਾਈਵ ਵਾਇਰ ਆ ਰਹੀਆਂ ਬਾਹਰੋਂ ਮੇਨ ਸਪਲਾਈ ਤੋਂ। ਕਿਸੇ ਇੱਕ ਲਾਈਵ ਵਾਇਰ ਤੇ ਜੇ ਫਿਊਜ਼ ਉੱਡ ਵੀ ਜਾਵੇ ਤੇ ਤੁਹਾਡੇ ਘਰ ਦੇ ਕੁਝ ਕਮਰਿਆਂ ਦੀ ਲਾਈਟ ਚੱਲਦੀ ਰਹੇਗੀ ਜੇ ਤੁਹਾਡਾ 3 ਫੇਜ਼ ਕਨੈਕਸ਼ਨ ਆ। ਠੀਕ ਹੈ, ਤੇ ਜੇ ਨਾਲ ਫੇਜ਼ ਚੇਂਜਰ ਲਾਇਆ ਹੋਵੇ ਆਟੋਮੈਟਿਕ, ਤੇ ਜੇ ਇੱਕ ਸਪਲਾਈ ਤੇ ਫਿਊਜ਼ ਉੱਡ ਵੀ ਗਿਆ ਤੇ ਉਹਦੀ ਸਪਲਾਈ ਆਟੋਮੈਟਿਕਲੀ ਦੂਜੇ ਫੇਜ਼ ਤੇ ਪੈ ਜਾਂਦੀ ਆ, ਬੱਤੀ ਨਹੀਂ ਜਾਂਦੀ। ਪਰ ਜਿਹੜਾ ਸਿੰਗਲ ਫੇਜ਼ ਹੋਏਗਾ ਉਹ ਜਿੱਦਾਂ ਸਾਡੇ ਨਾਰਮਲ ਕਨੈਕਸ਼ਨ ਹੋ ਗਏ, ਜੇ ਬਾਹਰੋਂ ਸਪਲਾਈ ਆ ਰਹੀ ਜਿਹੜੀ ਤਾਰ ਤੋਂ ਸਾਨੂੰ, ਉਹ ਲਾਈਵ ਵਾਇਰ ਤੇ ਜੇ ਕਿਤੇ ਫਿਊਜ਼ ਉੱਡ ਗਿਆ ਤੇ ਤੁਹਾਡੇ ਸਪਲਾਈ ਬੰਦ ਹੋ ਜਾਣੀ। ਠੀਕ ਹੈ, ਇਸੇ ਵੇ ਨਾ ਜਨਰੇਟਰ ਚ ਵੀ ਅਸੀਂ ਦੋ ਟਾਈਪ ਦੇ ਜਨਰੇਟਰ ਲੈਂਦੇ ਆ, ਇੱਕ ਸਿੰਗਲ ਫੇਜ਼, ਇੱਕ 3 ਫੇਜ਼। ਜਿਹੜਾ ਸਿੰਗਲ ਫੇਜ਼ ਏਸੀ ਜਨਰੇਟਰ ਹੋਏਗਾ ਉਹ ਚ ਅਸੀਂ ਇਹ ਕਹਿੰਦੇ ਇੱਕ ਆਰਮੇਚਰ ਕੋਇਲ, ਜੋ ਆਪਾਂ ਸਵੇਰੇ ਡਾਇਗਰਾਮ ਬਣਾਈ ਸੀ, ਇੱਕ ਆਰਮੇਚਰ ਕੋਇਲ ਤੇ ਇੱਕ ਉਹਦਾ ਪੇਅਰ ਆਫ ਫੀਲਡ ਮੈਗਨੇਟ ਹੋਏਗਾ, ਇੱਕ ਉਹਦਾ ਪੇਅਰ ਆਫ ਸਲਿਪ ਰਿੰਗ ਹੋਏਗਾ, ਇੱਕ ਉਹਦਾ ਪੇਅਰ ਆਫ ਬ੍ਰਸ਼ਿਜ਼ ਆ। ਠੀਕ ਹੈ, ਪਰ ਜੇ ਮੇਰੇ ਕੋਲ ਐਸ ਸੱਚ 2 ਫੇਜ਼ ਏਸੀ ਜਨਰੇਟਰ ਆ ਜੇ, ਅਸੀਂ ਕਹਿੰਦੇ ਜੀ ਉਹ ਚ ਦੋ ਕੋਇਲਸ ਨੇ। ਠੀਕ ਹੈ, ਉਹ ਚ ਦੋ ਕੋਇਲਸ ਨੇ, ਇੱਕ ਆਰਮੇਚਰ ਕੋਇਲ ਤੇ ਦੂਜੀ ਆਰਮੇਚਰ ਕੋਇਲ, ਇੱਕ ਦੂਜੇ ਤੋਂ 90 ਡਿਗਰੀ ਐਂਗਲ ਤੇ ਸਾਈਮਲਟੇਨੀਅਸਲੀ ਰੋਟੇਟ ਕਰਨੀ ਆ। ਜੇ ਇੱਕ ਦੇ ਵਿੱਚ ਫਲਕਸ ਮੈਕਸਿਮਮ ਆ ਤੇ ਦੂਜੇ ਦੇ ਵਿੱਚ ਮਿਨੀਮਮ ਆ, ਜੇ ਇੱਕ ਦੇ ਵਿੱਚ ਮਿਨੀਮਮ ਹੋਈ ਤਾਂ ਦੂਜੇ ਦੀ ਮੈਕਸਿਮਮ ਆ। ਯਾਨੀ ਸਾਈਮਲਟੇਨੀਅਸਲੀ ਦੋ ਲਾਈਵ ਵਾਇਰ ਜਨਰੇਟ ਕਰਨ ਲਈ ਦੋ ਆਰਮੇਚਰ ਕੋਇਲ ਦਾ ਸਿਸਟਮ ਹੋਏਗਾ। ਤੇ ਜੇ ਮੇਰੇ ਕੋਲ ਦੋ ਆਰਮੇਚਰ ਕੋਇਲ ਮਿਊਚੁਅਲ ਪਰਪੈਂਡੀਕੂਲਰ ਡਾਇਰੈਕਸ਼ਨ ਚ ਸਾਈਮਲਟੇਨੀਅਸਲੀ ਰੋਟੇਟ ਕਰਦੀਆਂ ਤੇ ਅਸੀਂ ਉਹਨੂੰ ਨਾਮ ਦੇ ਦਿੰਦੇ ਇਹ 2 ਫੇਜ਼ ਏਸੀ ਜਨਰੇਟਰ। ਤੇ ਜੇ ਮੇਰੇ ਕੋਲ ਇਕੁਇਲੇਟਰਲ ਟ੍ਰਾਇੰਗਲ ਦੀ ਫਾਰਮ ਚ ਤਿੰਨ ਲਾਈਵ ਵਾਇਰਸ, ਤਿੰਨ ਆਰਮੇਚਰ ਕੋਇਲ ਜਿਹੜੀਆਂ ਨੇ ਸਾਈਮਲਟੇਨੀਅਸਲੀ ਰੋਟੇਟ ਕਰਦੀਆਂ ਹੋਣ, ਤੇ ਅਸੀਂ ਨਾਮ ਦਿੰਦੇ ਉਹ ਮੇਰੇ ਕੋਲ 3 ਫੇਜ਼ ਏਸੀ ਜਨਰੇਟਰ। ਠੀਕ ਹੈ, ਇਹਦਾ ਮਤਲਬ ਕਿੰਨੀਆਂ ਆਰਮੇਚਰ ਕੋਇਲ ਮੈਗਨੈਟਿਕ ਫੀਲਡ ਦੇ ਅੰਦਰ ਸਾਈਮਲਟੇਨੀਅਸਲੀ ਮੂਵ ਕਰਦੀਆਂ, ਉਹਦੇ ਕੋਰਸਪੋਂਡਿੰਗ ਸਾਡੇ ਕੋਲ ਸਿੰਗਲ ਫੇਜ਼ ਏਸੀ ਜਨਰੇਟਰ, 2 ਫੇਜ਼ ਏਸੀ ਜਨਰੇਟਰ, 3 ਫੇਜ਼ ਏਸੀ ਜਨਰੇਟਰ ਜਾਂ ਪੋਲੀਫੇਜ਼ ਏਸੀ ਜਨਰੇਟਰ ਆ ਜਾਏਗਾ। ਇੰਨੀ ਗੱਲ ਸਮਝ ਲੱਗੀ? Yes, sir. Yes, sir. ਠੀਕ ਹੈ, ਇਹ ਸਾਰਾ ਬੁੱਤ ਤੁਹਾਡਾ ਐਸ ਐਚ ਜਨਰੇਟਰ ਵਾਲੇ ਟੌਪਿਕ ਦੇ ਅੰਦਰ ਕਵਰ ਹੁੰਦਾ। ਠੀਕ ਹੈ ਜੀ, ਇੰਨਾ ਹੋ ਜੂ।
Yes, sir. Yes, sir. Yes, sir. Sir.